सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसि भी सच। तोहि मोहि मोहि तोहि अंतर कैसा कनक कटक जल तरंग जैसा। तोहि मोहि मोहि तोहि अंतर कैसा कनक कटक जल तरंग जैसा। वाहिगुरु जी का खालसा वाहिगुरु जी की फतेह। सारी संगत गज वज के फतेह बुलाओ। वाहिगुरु जी का खालसा वाहिगुरु जी की फतेह। महान तत्वेता योग दे असल अंतरीवी रस नूं माणनहारे आपां पंजाब ते हरियाणे दे रहण वाले उस महान तपस्वी ते तत्वेता महापुरुषां नूं बाबा जी दे नां नाल संबोधन करदे हां। पर पंजाब हरियाणे तो बाहर पूरे देश भर विच तिन्हां नूं भगवान दे नां नाल संबोधन कीता जांदा है। भगवान बाबा श्री चंद्र जी महाराज। भगवान क्यों कहा जाता है? क्योंकि वो भगवान विच एकमिक हो के अभेद हो गए। जगत गुरु धन श्री गुरु नानक देव साहब जी महाराज जी दे तन तो महाराज बाबा श्री चंद्र जी का जन्म होया ते जगत गुरु गुरु नानक साहब पार ब्रह्म परमेश्वर दा अकाल पुरख दा प्रतख अवतार हैं। आप नारायण कला धार जग में परवरियो निरंकार आकार जोत जग मंडल करे। उन्हां दे तन तो उपजे उन्हां दी अंश ने बाबा श्री चंद्र जी महाराज। निरंकार वाहिगुरु परमेश्वर की इबादत के रंग विच अंतरीवी राज योग के रस नूं माणदिआं बाबा जी एकमिक होए। अज भी पठानकोट की धरती ते बाबा जी का पावन स्थान बाठ साहब प्रसिद्ध है, जिथे जीवन के 62 साल वाहिगुरु परमेश्वर के भजन दे विच बाबा जी ने बतीत कीते। निरंकार विच एकमेकता अभेदता हो गई। गुरु नानक साहब जी के घर का यह मत है उदासीन संप्रदाय। संप्रदाय उसनूं कहंदे आ जिसनूं गुरु साहब ने आप चलाया होवे। संप्रदाय शब्द बड़ा विशाल शब्द है। संप्रदाय उसनूं कहंदे आ जिन्हों खुद गरीब नवाज पातशाह ने आप अपने हत्थीं चलाया।
ਤੇ ਉਦਾਸੀਨ ਸੰਪਰਦਾ ਗੁਰੂ ਨਾਨਕ ਸਾਹਿਬ ਜੀ ਨੇ ਆਪ ਚਲਾਈ, ਬਾਬਾ ਸ਼੍ਰੀ ਚੰਦ ਜੀ ਨੂੰ ਮੁਖੀ ਬਣਾ ਕੇ। ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਦਿਆਂ ਇੱਕ ਬਿਕ ਹੋ ਗਏ, ਅਭੇਦ ਹੋ ਗਏ। ਭਗਤ ਜੀ ਦੀ ਪਾਵਨ ਪੰਕਤੀ ਦਾਸ ਨੇ ਪੜ੍ਹੀ ਹੈ ਮੰਗਲ ਵਿੱਚ, ਜਿੱਥੇ ਉਸ ਅਭੇਦਤਾ ਨੂੰ ਭਗਤ ਜੀ ਨੇ ਦਰਸਾਇਆ ਕਿ ਹੇ ਵਾਹਿਗੁਰੂ ਜੀ, ਤੁਹਾਡੇ ਵਿੱਚ ਤੇ ਮੇਰੇ ਵਿੱਚ ਔਰ ਤੁਹਾਡੇ 'ਚ ਕੋਈ ਭੇਦ ਨਹੀਂ ਰਿਹਾ, ਫਰਕ ਨਹੀਂ ਰਿਹਾ, ਇੱਕ ਮਿਕਤਾ ਹੋ ਗਈ। ਸਾਧਕ ਦੀ ਸਾਧਨਾ ਜਦੋਂ ਸੰਪੂਰਨ ਹੋ ਜਾਂਦੀ ਹੈ, ਉੱਥੇ ਜਾ ਕੇ ਤ੍ਰਿਪਟੀ ਇੱਕ ਹੋ ਜਾਂਦੀ ਹੈ। ਧਿਆਨ ਧਿਆਤਾ ਧੇ ਦੀ ਜਿਹੜੀ ਤ੍ਰਿਪਟੀ ਹੈ ਉਹ ਇੱਕ ਹੋ ਜਾਂਦੀ ਹੈ। ਜਿੱਥੇ ਧਿਆਤਾ ਧਿਆਨ ਦੀ ਪ੍ਰਕਿਰਿਆ ਰਾਹੀਂ ਜਿਸ ਨੂੰ ਧਿਆ ਰਿਹਾ ਹੈ, ਉਸ ਧੇ ਵਿੱਚ ਇੱਕਮਿਕ ਹੋ ਜਾਂਦਾ। ਜਿੱਥੇ ਤੂੰ ਤੇ ਮੈਂ ਦਾ ਸੰਕਲਪ ਵੀ ਖਤਮ ਹੋ ਜਾਂਦਾ, ਸਮਾਪਤ ਹੋ ਜਾਂਦਾ। ਹਿੰਦੁਸਤਾਨ ਦੇ ਸ਼ਾਸਤਰਾਂ ਵਿੱਚ ਇਸ ਨੂੰ ਅਹੰ ਬ੍ਰਹਮਸਮੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਮੈਂ ਹੀ ਬ੍ਰਹਮ ਹਾਂ। ਪਰ ਜਿਹੜਾ ਗੁਰਮਤਿ ਦਾ ਸਿਧਾਂਤ ਉਦਾਸੀਨ ਸੰਪਰਦਾ ਦੇ ਮਹਾਂਪੁਰਸ਼ਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰਿਆ, ਉਸੇ ਗਿਆਨ ਵਿੱਚ ਭਗਤੀ ਦੀ ਮਿਸ਼ਰੀ ਨੂੰ ਮਿਲਾ ਕੇ ਉਸ ਦਾ ਪ੍ਰਚਾਰ ਕੀਤਾ। ਉਸੇ ਗਿਆਨ ਹੈ ਗਿਆਨ ਇਹੀ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਰਾਮ ਦੀ ਅੰਸ਼ ਹਾਂ, ਪਰ ਆਪਣੇ ਮੁਖ ਦੇ ਵਿੱਚੋਂ ਭਗਤੀ ਭਾਵ ਨੂੰ ਦਰਸਾਇਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਚਨ ਕਰਦਿਆਂ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਹਿੰਦੇ, ਗੁਰਸਿੱਖੋ, ਵਰਤਣ ਵਿੱਚ ਵਿਰਾਗ, ਮੁਖ ਵਿੱਚ ਭਗਤੀ ਔਰ ਹਿਰਦੇ ਵਿੱਚ ਗਿਆਨ, ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ। ਹਿਰਦੇ 'ਚ ਗਿਆਨ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਪਰ ਗੁਰਮਤਿ ਇਜਾਜ਼ਤ ਨਹੀਂ ਦਿੰਦੀ ਕਿ ਰਸਨਾ ਤੋਂ ਕਹਿਣਾ ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ। ਕਿਉਂਕਿ ਅਹੰ ਬ੍ਰਹਮਸਮੀ ਕਹਿ ਕੇ ਸ਼ਬਦ ਦੀ ਵਰਤੋਂ ਕਰਕੇ ਬਹੁਤ ਸਾਰੇ ਇਹੋ ਜਿਹੇ ਭ੍ਰਸ਼ਟ ਲੋਕ ਪੈਦਾ ਹੋ ਗਏ ਸਨ ਸਮਾਜ ਵਿੱਚ, ਜਿਹੜੇ ਕਹਿੰਦੇ ਆ ਬ੍ਰਹਮ ਨੂੰ ਕੋਈ ਪਾਪ ਨਹੀਂ, ਜੋ ਮਰਜ਼ੀ ਕਰੀਏ। ਜਦੋਂ ਮੈਂ ਬ੍ਰਹਮੀ ਹੋ ਗਿਆ, ਫਿਰ ਮੈਨੂੰ ਕੀ ਪਾਪ ਹੈ, ਮੈਨੂੰ ਕੀ ਪੁੰਨ ਹੈ? ਜੇ ਤਾਂ ਅੰਤਰੀਵੀ ਤੌਰ ਤੇ ਅਵਸਥਾ ਉਜਾਗਰ ਹੋ ਗਈ ਹੋਵੇ, ਫਿਰ ਤਾਂ ਵਾਕਈ ਪਾਪ ਪੁੰਨ ਦਾ ਕੋਈ ਲੇਸ਼ ਨਹੀਂ ਰਹਿ ਜਾਂਦਾ। ਪਰ ਜੇ ਕੇਵਲ ਜ਼ੁਬਾਨ ਨਾਲ ਕੁਰਲੀ ਕੀਤੀ ਹੈ ਵੀ ਮੈਂ ਬ੍ਰਹਮ ਹਾਂ, ਤੇ ਫਿਰ ਪਾਪ ਕਰਮਾਂ ਦੇ ਵਿੱਚ ਤੇ ਪੁੰਨਾਂ ਦੇ ਵਿੱਚ ਅਸੰਸਕਤੀ ਦੀ ਬਿਰਤੀ ਹੋਵੇ, ਤੇ ਫਿਰ ਉੱਥੇ ਨਿਰਵਾਣ ਪਦਵੀ ਜਾਂ ਨਿਰਲੇਪਤਾ ਦੀ ਪਦਵੀ ਜਿਹੜੀ ਹੈ ਉਹ ਹਾਸਲ ਨਹੀਂ ਹੁੰਦੀ। ਉਦਾਸੀ ਮਹਾਂਪੁਰਸ਼ਾਂ ਨੇ ਇਹ ਸਿਧਾਂਤ ਸੰਸਾਰ ਦੇ ਲੋਕਾਂ ਵਿੱਚ ਪ੍ਰਚਾਰਿਆ, ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਮੁਖ ਤੋਂ ਨਹੀਂ ਆਖਿਆ ਮੈਂ ਰੱਬ ਹਾਂ, ਮੈਂ ਪਰਮੇਸ਼ਰ ਹਾਂ। ਹਿਰਦੇ ਵਿੱਚ ਗਿਆਨ ਹੈ ਕਿ ਮੈਂ ਰਾਮ ਦੀ ਅੰਸ਼ ਹਾਂ, ਪਰਮਾਤਮਾ ਦੀ ਅੰਸ਼ ਹਾਂ, ਪਰ ਮੁਖ ਤੋਂ ਇਹੀ ਪ੍ਰਚਾਰ ਕੀਤਾ ਮੈਂ ਦਾਸ ਹਾਂ, ਉਹ ਮੇਰਾ ਸੁਆਮੀ ਹੈ, ਉਹ ਮੇਰਾ ਮਾਲਕ ਹੈ। ਜੇ ਭਗਤ ਕਾਨ੍ਹਾ ਜੀ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿੰਦੇ ਆ, ਜੀ ਸਾਡੀ ਬਾਣੀ ਵੀ ਲਿਖੋ, ਭਗਤਾਂ ਦੀ ਬਾਣੀ ਲਿਖ ਰਹੇ ਹੋ। ਮਹਾਰਾਜ ਜੀ ਕਹਿੰਦੇ, ਭਗਤ ਜੀ ਦੱਸੋ ਕਿਹੜੀ ਬਾਣੀ ਹੈ ਤੁਹਾਡੀ? ਤੇ ਭਗਤ ਕਾਨ੍ਹਾ ਜੀ ਕਹਿੰਦੇ, ਜਾ ਕੋ ਵੇਦ ਪੁਰਾਨਾ ਗਾਵੈ ਖੋਜਤ ਖੋਜ ਨਾ ਕੋਈ ਰੇ, ਮੈਂ ਉਹੀ ਰੇ, ਮੈਂ ਉਹੀ ਰੇ। ਪਾਤਸ਼ਾਹ ਕਹਿਣ ਲੱਗੇ, ਕਾਨ੍ਹਾ ਜੀ, ਤੁਹਾਡੀ ਇਹ ਬਾਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਦਰਜ ਕਰੀਏ ਤਾਂ ਗੁਰਬਾਣੀ ਦੇ ਅਨੁਕੂਲ ਨਹੀਂ ਹੈ। ਇਹ ਪਿਓਰ ਸਿੱਧ ਦੇਸੀ ਘਿਓ ਹੈ। ਜਿਵੇਂ ਕਿਸੇ ਨੂੰ ਅਤੀਸਾਰ ਲੱਗੇ ਹੋਣ, ਕਿਸੇ ਨੂੰ ਦਸਤ ਲੱਗੇ ਹੋਣ, ਜਾਂ ਫਿਰ ਕਿਸੇ ਨੂੰ ਕੰਠ ਦੇ ਵਿੱਚ ਖੰਘ ਲੱਗੀ ਹੋਵੇ, ਉਹਨੂੰ ਪਿਓਰ ਦੇਸੀ ਘਿਓ ਦੇ ਦਿਓ, ਉਹਦੇ ਛਾਤੀ ਦਾ ਬੋਝ ਵੱਧ ਜਾਏਗਾ ਔਰ ਉਹਨੂੰ ਅਤੀਸਾਰ ਹੋਰ ਵੱਧ ਜਾਣਗੇ। ਘਿਓ ਇਹੀ ਦੇਣਾ ਗਿਆਨ ਦਾ ਕਿ ਤੁਸੀਂ ਰਾਮ ਦੀ ਅੰਸ਼ ਹੋ, ਪਰ ਅਸੀਂ ਇਹਦੇ ਵਿੱਚ ਭਗਤੀ ਦੀ ਮਿਸ਼ਰੀ ਮਿਲਾ ਦਿੱਤੀ ਹੈ। ਭਗਤੀ ਦੀ ਮਿਸ਼ਰੀ ਕੀ ਹੈ ਕਿ ਹੇ ਵਾਹਿਗੁਰੂ, ਤੂੰ ਸੁਆਮੀ ਹੈ, ਮੈਂ ਦਾਸ ਹਾਂ। ਗੁਰਬਾਣੀ ਚ ਅਨੇਕਾਂ ਪ੍ਰਮਾਣ ਇਸੇ ਸੰਬੰਧ ਵਿੱਚ ਨੇ। ਤੂੰ ਸੁਆਮੀ ਹੈ, ਤੂੰ ਠਾਕੁਰ ਹੈ, ਮੈਂ ਦਾਸ ਹਾਂ। ਤੂੰ ਮਾਲਕ ਹੈ, ਪਰ ਰੋਜ਼ ਪੜ੍ਹਦੇ ਆ, ਤੂੰ ਠਾਕੁਰ ਤੁਮ ਪਹਿ ਅਰਦਾਸ।
हे वाहिगुरु जी तुसी साडे ठाकुर हो, स्वामी हो, वो साडी तुहाडे चरणां विच रजोई है, अरदास है। ये भगती दी मिश्री मिला के महाराज सच्चे पातशाह जी ने सानू ज्ञान दिता। हिरदे च ज्ञान यही होवे कि मैं राम दी अंश हां, परमात्मा दी अंश हां, पर मुख तो दा दास बन के रहना। हे वाहिगुरु मैं तेरा दास हां। अत उच्च कोटि दे महापुरुष जो तुरिया पद विच पहुंच गए, उन्होंने भी अपनी रसना तो कदे नहीं कहा असीं पहुंच गए, वो भी कहंदे असीं दास हां गुरु नानक साहब दे घर दे गोले, गुरु नानक साहब दे घर दे मुल खरीदे गोले हां, सेवक हां। ये ज्ञान उदासीन महापुरुषां ने देशां विदेशां विच विचर के दा प्रचार कीता। दो चीज़ां गुरु साहब ने खालसे नूं दित्तियां, एक शस्त्र ते दूजा शास्त्र। शस्त्रधारी खालसा पंथ साजिया, फौजां तैयार कीतियां सतगुरु जी ने, जिन्हां दा काम सी जंग दे मैदान विच दुश्मन दल नाल लोहा लैंदियां बैरी दा मुकाबला करना। पर दूजे पासे शास्त्रक तौर ते जो घुण बन के शास्त्रां नूं खोरा लाया जा रहा सी, गुरमत दे सिद्धांतां दा खंडन कीता जा रहा सी, उस वास्ते उदासीन महापुरुषां ने और निर्मल संप्रदा के महापुरुषां ने कमर कसे करके पूरे देशां विदेशां विच भरमण करके गुरमत दा जिहड़ा शास्त्र है, गुरु नानक साहब दे घर दा जिहड़ा शास्त्र है, उहदा प्रचार प्रसार करके दसिया कि यह शास्त्र सब तो श्रोमणी है, सर्वोत्तम है। नहीं तो केवल कहा जाता सी जिहड़ा संस्कृत भाषा पढ़ लवे उही विद्वान है। उदासीन महापुरुषां ने संस्कृत भाषा भी पढ़ी, ऐसा नहीं कि संस्कृत के ज्ञान दे विच वो ज्ञानी। अज भी बड़े बड़े महापुरुष ने उदासीन भेख विच, निर्मल संप्रदाय विच, जिन्हां ने संस्कृत भाषा दे विच बहुत सारी विद्या नूं ग्रहण कीता, पर उन्होंने नाल नाल दस्सिया कि भाखा तो बिना जिहड़ी बोली असीं बोल रहे हैं, इहदे तो बिना लोकां दे विच वो ज्ञान दिता नहीं जा सकदा। समुंदर पानी नाल भरिया खारा है, पर कदे उस पानी नूं पीण दे विच वरतों विच लियाया जा सकदा, सिद्धा नहीं असीं पी सकदे। ओही समुंदर दा पानी जदों मेघ दे रूप विच, बदल दे रूप दे विच उत्थों वाष्पीकरण हो के उड़ के मींह दे रूप दे विच वरसदा है, तां ओह पानी सारिआं दे पीण योग काम आउंदा, धरती दे काम आउंदा। नहीं तो समुंदर का खारा पानी वो फसल के काम भी नहीं आता। उही जदों मेघ बन के आउंदा ते फसलां लई उपयोगी हो जाता। ज्ञान जो तत्व ज्ञान है अकाल पुरख वाहिगुरू परमेश्वर का, वो पुरातन भाषा संस्कृत भाषा पुरानी भाषा है देश की, ਉਹਦੇ ਵਿੱਚ ਉਚਾਰਨ ਕੀਤਾ ਗਿਆ। पर महापुरुषां ने साधुआं ने उस नूं मींह रूप दे विच पूरे देश दे विच प्रचार करके जिहड़ी बोली लोकां नूं समझ आउंदी सी, उस बोली दे विच वो ज्ञान आत्म ज्ञान जिहड़ा वो वंडिया। उस दे विच सब तो वड्डा सहयोग शास्त्र दा प्रचार करन दे विच उदासीन महापुरुषां दा है, निर्मल संप्रदा दा महापुरुषां दा है। ਜਿਹੜੇ ज्ञान विहूणे लोग हैं उन्हां दी क्या बात करनी, आपां तां गुरु घर दी शोभा करिए। श्री गुरु ग्रंथ साहिब जी महाराज जी दा जो सब तो पहला टीका किया गया, क्योंकि पहला संप्रदावां विच विद्या सीने बसीने अर्थ चलते आउंदे सन, जिन्हां विचों दमदमी टकसाल है, श्री अमृतसर साहब दी टकसाल है, ਜਾਂ ਜਿੰਨੇ ਵੀ ਉਦਾਸੀ ਨਿਰਮਲੇ ਮਹਾਂਪੁਰਸ਼ ਉਹ ਸੀਨੇ ਬਸੀਨੇ ਅੱਗੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਜਿਹੜੇ ਸਨ ਉਹ ਪੜਾਉਂਦੇ ਸਨ, ਕਥਾ ਕਰਦੇ ਸੀ। ਵਿਦਿਆਰਥੀ ਨਾਲ ਪੋਥੀਆਂ ਖੋਲ ਕੇ ਬੈਠ ਜਾਂਦੇ, ਉਹ ਨਾਲ ਨਾਲ ਉਹਨਾਂ ਅਰਥਾਂ ਨੂੰ ਗ੍ਰਹਿਣ ਕਰੀ ਜਾਂਦੇ। ਲਿਖਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਨਹੀਂ ਸੀ, ਪਰਿਆਏ ਸੀਗੇ। ਔਰ ਪਰਿਆਏ ਵੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਲਾਏ ਗਏ ਉਦਾਸੀ ਮਹਾਂਪੁਰਸ਼ਾਂ ਵੱਲੋਂ ਲਾਏ ਗਏ। ਪਰਿਆਏ ਦਾ ਮਤਲਬ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਖੇ ਸ਼ਬਦ ਜਿਹੜੇ ਸਨ, ਔਖੇ ਅੱਖਰਾਂ ਦਾ ਟੀਕਾ ਕਰਨਾ, ਉਹਨੂੰ ਪਰਿਆਏ ਕਹਿੰਦੇ ਆ। ਜਿਵੇਂ ਭੰਡਾਰ ਸ਼ਬਦ ਹੈ, ਨਿਧਾਨ ਸ਼ਬਦ ਹੈ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਆਉਂਦੇ ਨੇ ਜੋ ਅਸੀਂ ਪੜ੍ਹ ਲੈਂਦੇ ਆ, ਪਰ ਉਹ ਪੜ੍ਹਨ ਤੋਂ ਬਾਅਦ ਸਾਨੂੰ ਉਹਨਾਂ ਦੇ ਅਰਥਾਂ ਦਾ ਬੋਧ ਨਹੀਂ ਹੁੰਦਾ। ਉਹ ਔਖੇ ਔਖੇ ਜਿਹੜੇ ਸ਼ਬਦ ਸਨ, ਉਹਨਾਂ ਸ਼ਬਦਾਂ ਨੂੰ ਪਰਿਆਏ ਲਾ ਕੇ ਉਹਦਾ ਪ੍ਰਚਾਰ ਪਹਿਲਾਂ ਉਦਾਸੀ ਮਹਾਂਪੁਰਸ਼ਾਂ ਨੇ ਕੀਤਾ।
फिर श्री गुरु ग्रंथ साहिब जी महाराज जी का संपूर्ण टीका, क्योंकि सिखां दे विच मंग सी कि विद्यार्थियों विच भी मंग सी, जग्यासुआं दे हिरदे विच भी मंग सी कि श्री गुरु ग्रंथ साहिब जी का संपूर्ण टीका लिखती रूप विच होवे ते असीं उहदे अर्थ पढ़ सकीए। और आप जी सुन के अचरज विच होवोगे, बहुतिआं नूं पता होवेगा इस बारे कि श्री गुरु ग्रंथ साहिब जी का सब तो पहला संपूर्ण टीका अगर किसी संप्रदाय ने कीता है, वो उदासीन संप्रदाय ने कीता है। और उस टीके का नाम है फरीदकोटी टीका, क्योंकि महाराजा फरीदकोट ने, फरीदकोटी तां कहंदे क्योंकि फरीदकोट सिखां दी रियासत सी। और महाराजा फरीदकोट ने बहुत सारा धन खर्च के महाराज जी दे वो टीके जिहड़े सन वो छपवाए सी। और उहदे विच बहुतात गिणती उदासीन महापुरुषां दी सी जिन्हां ने श्री गुरु ग्रंथ साहिब जी दे टीके विच अपना योगदान पाया। कुछ निर्मले महापुरुष भी सन, उदासी संप्रदाय दे बाबा बनखंडी जी जैसे महापुरुष, बाबा बनखंडी जी उदासीन संप्रदाय दे इहो जे महान सितारे सन कि जदों बनारस विच भी जांदे सी ते बनारस दे चोटी दे विद्वान, पूरे हिंदुस्तान दे विच सब तो वड्डी विद्या दी काशी कही जाण वाली बनारस की धरती है, जिथे चोटी दे धनंतर विद्वान हुंदे सन, वो भी बाबा बनखंडी जी दे चरनां विच आके बैठदे सी गुरु नानक साहब दा सिद्धांत सुनन वास्ते। और जिस वेले फरीदकोटी टीका लिखिया गया, बाबा बनखंडी जी जैसे महापुरुष उत्थे मौजूद सन। ते अज जदों तुसीं फरीदकोटी टीका पढ़ोगे, वो टीका जिहड़ा गुरबाणी दा कीता होया ना गुरु ग्रंथ साहिब दा, वो भी इतने कठिन हन भाव अर्थ जिहड़े ने कि अज वो फरीदकोटी दे टीके दी भी अगे टीके दी जरूरत है उहनूं समझण वास्ते। उत्थे पता लगदा, क्योंकि अमृत रस विद्वान को जानत एक विद्वान, विद्या दे रस नूं तां कोई दूसरा विद्वान ही जान सकदा, नहीं तां लोकां वास्ते तां फिर वो कहानियां ही हन भी ये की किया होया जी, सानूं तां समझ नहीं आउंदा। अजकल कहण नहीं लग पए जी, वेखो जी आ जिहड़े ग्रंथ लिखे होए ने इतिहास दे जी, आ वेखो जी की लिखिया होया, आ इहदे विच की लिखिया होया जी, आ गलत लिखिया होया, आ गलत लिखिया होया। वो इदां दा, क्योंकि विद्या दा रस तां उही जाणे जिहड़ा विद्वान है, दूजे नूं की पता कि विद्या का की गुण है। विद्या का रस विद्वान जान सकदा, जिसदा कोई कित्ता हुंदा ना, उस कित्ते दे नाल जुड़े हुए दूसरे कित्ते दे जिहड़े लोक नूं समझदे ने। तुसीं खेती करदे हो, मैं कदे खेती नहीं कीती, मैं तुहानूं ज्ञान देण लग पवां भी नहीं जी फसल इदां बीजी दी है, आ हल इदां वाहीदा है, तुहाडा अपना तजर्बा, तुहाडे ओहदे विच तुसीं पूरे निपुण हो, ते मैं कदे हल ही नहीं फड़िया, खेतां विच गया ही नहीं, ते मैं तुहानूं ज्ञान देण लग पवां, वो योग नहीं है। एक जिमीदार दूसरे जिमीदार नाल विचार विमर्श कर लैंदा भी आपां आ बीज लाईए, पिछले साल मैं आ बीज लाया सी, उहदा वधिया झाड़ सी, वो अपना तजर्बा साझा कर सकदा। इदां ही विद्वानां दे विच, विद्वानां दी जदों मजलिस लगदी है ते उस वेले विद्यक धर्म ग्रंथां दी विश्लेषण जदों कीता जांदा, फिर पता लगदा कि इह विद्या दे जिहड़े मारतड़ विद्वानां ने ग्रंथ लिखे ने, इहदे विच किन्ना गूढ़ सिद्धांत है। चाहे वो गुरप्रताप सूरज प्रकाश ग्रंथ है, चाहे वो गुरबिलास ने, चाहे वो शहीद बिलास है, जिन्ना भी, चाहे वो पंथ प्रकाश है, वो विद्वान ही जाने भी उहदे विच किहो जिहा गूढ़ सिद्धांत है। जिन्हों नहीं पता उन्हें यही कहना जी इहदे विच आ भी कमी है, जी इहदे विच आ भी कमी है। दसो कोई संपूर्ण मनुख है संसार विच? जिहड़ा मनुख है वो तो है ही कमियां दा पुतला। संपूर्ण दा वाहिगुरू पार ब्रह्म परमेश्वर है, जां फिर जिहड़े उहदे विच एक मिक हो गए वो संपूर्ण हो गए, वो अभेद हो गए, उहदे विच एक मिक हो गए, उन्हां विच कोई फर्क नहीं रहा। उन्हां संपूर्ण महापुरुषां नूं सतगुरु जी ने गुरु ग्रंथ साहिब विच सत्कार दे के उन्हां दी बाणी दर्ज कीती, और उन्हां संपूर्ण होया ने आखिया तोही मोही मोही तोही अंतर कैसा, हे वाहिगुरू तेरे विच ते मेरे विच कोई अंतरा ही नहीं रहा, फर्क ही नहीं रहा, एक मिक ही हो गए। उत्थे जाके वो ध्यान ध्याता ते धे दी तृप्ति दे विच एक मिक हो गए। ऐसा जिहड़ा महान ज्ञान सी गुरु नानक साहब दे घर दा सिद्धांत दूसरे मतां दे लोकां नूं जाके दस्सण दी सेवा उदासी महापुरुषां ने कीती।
ਜਿੱਥੇ ਸ਼ਸਤਰ ਪਕੜ ਕੇ ਖਾਲਸਾ ਜੰਗ ਦੇ ਮੈਦਾਨ 'ਚ ਜੂਝਦਾ ਰਿਹਾ। ਉਦਾਸੀ ਮਹਾਂਪੁਰਸ਼ਾਂ ਲਈ ਕੋਈ ਘੱਟ ਚੁਣੌਤੀਆਂ ਨਹੀਂ ਸਨ ਉਸ ਵੇਲੇ। ਅੱਜ ਵੀ ਅਨੇਕਾਂ ਸਥਾਨ ਨੇ ਜਿਨ੍ਹਾਂ ਸਥਾਨਾਂ ਤੱਕ ਸਾਡੀ ਗਮਤਾ ਨਹੀਂ ਹੈ। ਭਾਵੇਂ ਅੱਜ ਕੱਲ ਬਹੁਤ ਸਾਰੇ ਆਵਾਜਾਈ ਦੇ ਸਾਧਨ ਹੋ ਗਏ ਨੇ, ਪਰ ਉਸ ਵੇਲੇ ਉਹਨਾਂ ਉਦਾਸੀ ਮਹਾਂਪੁਰਸ਼ਾਂ ਕਿਹੋ ਜਿਹਾ ਵਿਖੜਾ ਸਮਾਂ ਹੋਵੇਗਾ ਨਾਨਕ ਮਤਾ ਸਾਹਿਬ ਵਿਖੇ, ਜਦੋਂ ਉੱਥੇ ਉਹ ਮਹਾਤਮਾ ਸੇਵਾ ਕਰ ਰਹੇ ਬਾਬਾ ਅਲਮਸਤ ਜੀ। ਉਸ ਵੇਲੇ ਦੇ ਜਿਹੜੇ ਸਿੱਧ ਸਨ ਉਹ ਮਹਾਰਾਜ ਜੀ ਦੇ ਉਸ ਨਿਸ਼ਾਨੀ ਨੂੰ ਵੀ ਸਾੜ ਰਹੇ ਨੇ। ਤੇ ਬਾਬਾ ਅਲਮਸਤ ਜੀ ਨੇ ਕਿੰਨੀ ਚੁਣੌਤੀ ਦਾ ਸਾਹਮਣਾ ਕੀਤਾ ਹੋਵੇਗਾ ਉੱਥੇ। ਕਿੱਥੇ ਉਹ ਢਾਕੇ ਵਿੱਚ, ਬੰਗਾਲ ਵਿੱਚ, ਨੇਪਾਲ ਵਿੱਚ, ਰਸ਼ੀਆ ਵਿੱਚ ਜਾ ਕਰਕੇ ਉਦਾਸੀ ਮਹਾਂਪੁਰਸ਼ਾਂ ਨੇ ਕਿਹੋ ਜਿਹੇ ਵਿਖੜੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਚਾਰ ਪ੍ਰਸਾਰ ਕੀਤਾ। ਅੱਜ ਜਿਹਨੂੰ 3 ਤੇ 13 ਦਾ ਨਹੀਂ ਪਤਾ ਹੁੰਦਾ, ਉਹ ਉੱਠ ਕੇ ਉਦਾਸੀ ਮਹਾਂਪੁਰਸ਼ਾਂ ਤੇ ਸਾਡੀਆਂ ਜਿਹੜੀਆਂ ਪੁਰਾਤਨ ਸੰਪਰਦਾਵਾਂ ਨੇ ਉਹਨਾਂ ਉੱਤੇ ਉੱਠ ਕੇ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਹਨ। ਕਦੇ ਜਾਣਨ ਦਾ ਯਤਨ ਕਰੋ। ਇਹ ਤਾਂ ਅੱਜ ਕੱਲ ਮੀਡੀਆ ਦੇ ਰਾਹੀਂ ਸੋਹਣੀਆਂ ਕਾਰਾਂ ਦੇ ਵਿੱਚ ਫਿਰ ਕੇ ਪ੍ਰਚਾਰ ਪ੍ਰਸਾਰ ਕਰਦੇ ਹਨ। ਉਹਨਾਂ ਮਹਾਂਪੁਰਸ਼ਾਂ ਨੂੰ ਵੇਖੋ, ਜਦੋਂ ਇਦਾਂ ਦਾ ਕੋਈ ਸਾਧਨ ਹੀ ਨਹੀਂ ਸੀ, ਪੈਦਲ ਜਾ ਕਰਕੇ ਹਜ਼ਾਰਾਂ ਮੀਲਾਂ ਦਾ ਪੰਧ ਮੁਕਾ ਕਰਕੇ ਉਹ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਦੇ ਰਹੇ ਨੇ। ਸਾਨੂੰ ਤਾਂ ਉਹਨਾਂ ਦੇ ਰਿਣੀ ਹੋਣਾ ਚਾਹੀਦਾ, ਕਿਰਤ ਘਣ ਨਹੀਂ ਬਣਨਾ ਚਾਹੀਦਾ। ਅਕਿਰਤ ਘਣਤਾ ਦਾ ਦੋਸ਼ ਭਾਰਤ ਖੰਡ ਦੀ ਭੂਮੀ ਦੇ ਲੋਕਾਂ ਵਿੱਚ ਅਦਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਕਿਰਤ ਘਣ ਇਸ ਧਰਤੀ ਦੇ ਉੱਤੇ ਸਭ ਤੋਂ ਵੱਡਾ ਭਾਰ ਹਨ, ਬੋਝਾ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਭਾਰੇ ਭੋਈ ਅਕਿਰਤ ਘਣ ਮੰਦੀ ਹੂੰ ਮੰਦੇ। ਅਕਿਰਤ ਘਣ ਇਸ ਧਰਤੀ ਦੇ ਉੱਤੇ ਸਭ ਤੋਂ ਵੱਡਾ ਭਾਰ ਹਨ। ਧਰਤੀ ਕੋਲ ਅਕਿਰਤ ਘਣਾਂ ਦਾ ਭਾਰ ਨਹੀਂ ਚੱਲਿਆ ਜਾਂਦਾ। ਅੱਜ ਸਾਨੂੰ ਅਕਿਰਤ ਘਣ ਨਹੀਂ ਹੋਣਾ ਚਾਹੀਦਾ। ਉਹਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਚੇਤੇ ਕਰਕੇ ਸਿਮਰਤੀ ਵਿੱਚ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਰ ਇੱਕ ਮਾਈ ਭਾਈ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ। ਇੱਕ ਦੂਜੇ ਦੇ ਖੰਡਨ ਮੰਡਨ ਦੇ ਵਿੱਚ ਹੀ ਆਪਣਾ ਜੀਵਨ ਨਾ ਬਸਰ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਦਸੀਏ, ਕੈਸਾ ਵਿਲੱਖਣ ਹੈ, ਸ੍ਰੇਸ਼ਟ ਹੈ, ਸਰਵੋਤਮ ਹੈ। ਮਹਾਰਾਜ ਜੀ ਦੇ ਕਲਾਵੇਂ ਨੂੰ ਸੰਕੀਰਣ ਨਾ ਬਣਾਈਏ। ਮਹਾਰਾਜ ਜੀ ਦਾ ਕਲਾਵਾ ਇਤਨਾ ਵਿਸ਼ਾਲ ਹੈ ਕਿ ਕਰੋੜਾਂ ਸਮੁੰਦਰ ਮਹਾਰਾਜ ਜੀ ਦੇ ਉਸ ਵਿਸ਼ਾਲ ਕਲਾਵੇਂ ਵਿੱਚ ਸਮਿਟ ਸਕਦੇ ਹਨ। ਅਸੀਂ ਗੁਰੂ ਨਾਨਕ ਸਾਹਿਬ ਦੇ ਉਸ ਮਹਾਨ ਕਲਾਵੇਂ ਨੂੰ ਸੰਕੀਰਣਤਾ ਵਾਲੇ ਪਾਸੇ ਲਿਜਾ ਰਹੇ ਹਾਂ। ਕਹਿੰਦੇ ਬਈ ਗੁਰਬਾਣੀ ਤਾਂ ਕੇਵਲ ਜਿਹੜਾ ਕੇਸਾ ਧਾਰੀ ਆ ਉਹੀ ਪੜ੍ਹ ਸਕਦਾ ਹੈ। ਗੁਰਬਾਣੀ ਨੂੰ ਹਿੰਦੂ ਵੀ ਪੜ੍ਹ ਸਕਦਾ ਹੈ, ਗੁਰਬਾਣੀ ਨੂੰ ਮੁਸਲਮਾਨ ਵੀ ਪੜ੍ਹ ਸਕਦਾ ਹੈ, ਕਿਉਂਕਿ ਗੁਰਦੇਵ ਨੇ ਗੁਰਬਾਣੀ ਵਿੱਚ ਮੁਸਲਮਾਨ ਮਹਾਂਪੁਰਸ਼ਾਂ ਦੀ ਬਾਣੀ ਨੂੰ ਦਰਜ ਕਰਕੇ ਇਸ ਕਲਾਵੇਂ ਨੂੰ ਬੜਾ ਵਿਸ਼ਾਲ ਕੀਤਾ ਹੈ। ਔਰ ਇਹੋ ਜਿਹੇ ਵਿਸ਼ਾਲ ਕਲਾਵੇਂ ਦਾ ਪ੍ਰਚਾਰ ਤੇ ਪ੍ਰਸਾਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੰਪਰਦਾਇ ਉਦਾਸੀਨ ਸੰਪਰਦਾਇ, ਇਹਦੇ ਵਿੱਚ ਜਿਹੜੀ ਊਰਜਾ ਕੰਮ ਕਰ ਰਹੀ ਹੈ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਵਿੱਚ ਜਾ ਕੇ ਬਾਬਾ ਗੁਰਦਿੱਤਾ ਜੀ ਵਿੱਚ, ਜਾਂ ਬਾਬਾ ਗੁਰਦਿੱਤਾ ਜੀ ਤੋਂ ਅੱਗੇ 4 ਸੇਵਕਾਂ ਵਿੱਚ, 6 ਬਖਸ਼ਿਸ਼ਾਂ ਦੇ ਵਿੱਚ ਅੱਗੇ ਅੱਗੇ ਜਿਵੇਂ ਪ੍ਰਚਾਰ ਪ੍ਰਸਾਰ ਹੋਇਆ, ਉਹ ਸਾਰੀ ਸ਼ਕਤੀ ਗੁਰੂ ਨਾਨਕ ਸਾਹਿਬ ਦੀ ਉਹਨਾਂ ਵਿੱਚ ਵਰਤ ਕੇ ਅੱਗੇ ਪ੍ਰਚਾਰ ਪ੍ਰਸਾਰ ਕਰ ਰਹੀ ਹੈ। ਹੁਣ ਵੀ ਕਰ ਰਹੇ ਨੇ ਮਹਾਂਪੁਰਸ਼, ਹੁਣ ਵੀ ਉਦਾਸੀ ਮਹਾਂਪੁਰਸ਼, ਉਦਾਸੀਨ ਸੰਪਰਦਾ ਦੇ ਮਹਾਂਪੁਰਸ਼ ਯੋਗਦਾਨ ਪਾ ਰਹੇ ਹਨ ਵਿਦਿਆ ਵਿੱਚ। ਔਰ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਨੂੰ ਪ੍ਰਚਾਰਨ ਤੇ ਪ੍ਰਸਾਰਣ ਵਿੱਚ ਉਹਨਾਂ ਵਿੱਚ ਮਹਾਂਪੁਰਸ਼ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਸਾਹਿਬ ਵਾਲੇ। ਵੇਖੋ ਉਦਾਸੀ ਪੰਥ ਦਾ ਜਿੰਨਾ ਲੋਕਾਂ ਨੇ ਬਾਬਾ ਜੀ ਦੀ ਨਿੰਦਾ ਕੀਤੀ, ਬਾਬਾ ਜੀ ਹੋਰ ਸੰਸਾਰ ਦੇ ਵਿੱਚ ਉਜਾਗਰ ਹੋਏ, ਜ਼ਾਹਰ ਹੋਏ। ਉਹਨਾਂ ਦੀ ਸੋਭਾ ਕੌਣ ਕੋਈ ਮੇਟ ਸਕਦਾ ਹੈ? ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਬਾਬਾ ਸ਼੍ਰੀ ਚੰਦ ਜੀ ਜੈਸੇ ਮਹਾਂਪੁਰਸ਼ਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੋਈ ਆ, ਹੁੰਦੀ ਰਹੇਗੀ। ਸੰਸਾਰ ਵਿੱਚ ਹਜ਼ਾਰਾਂ ਜੰਮ ਪੈਣ, ਕੋਈ ਉਹਨਾਂ ਦੀ ਸੋਭਾ ਨੂੰ ਮੇਟ ਨਹੀਂ ਸਕਦਾ। ਐਸੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ ਸੋਭਾ ਕਰਦਿਆਂ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੋਭਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨਵਾਦ, ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਆਪ ਦਇਆ ਕਰਕੇ ਦਾਸ ਕੋਲੋਂ ਬੁਲਵਾਇਆ ਹੈ। ਮੇਰੇ 'ਚ ਕੋਈ ਸਮਰੱਥਾ ਨਹੀਂ ਬੋਲਣ ਦੀ। ਜਿਵੇਂ ਸਾਹਿਬ ਜੀ ਨੇ ਮਤ ਬੁੱਧੀ ਦਿੱਤੀ ਹੈ, ਉਹਦੇ ਅਨੁਸਾਰ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਮੈਂ ਸੋਚ ਕੇ ਨਹੀਂ ਆਉਂਦਾ ਵੀ ਬੋਲਣਾ ਕੀ ਹੈ। ਗੁਰੂ ਸਾਹਿਬ ਜੋ ਬੁਲਾ ਲੈਂਦੇ ਹਨ, ਆਪ ਬੁਲਾ ਕੇ ਉਹੀ ਆਪ ਜੀ ਨਾਲ ਵਿਚਾਰ ਸਾਂਝੀ ਕਰ ਲਈਦੀ ਹੈ। ਗਿਆਨੀ ਜੀ ਆਏ ਹਨ, ਗਿਆਨੀ ਬੰਤਾ ਸਿੰਘ ਜੀ ਮਹਾਨ ਮਾਰਤੰਡ ਵਿਦਵਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ। ਉਹ ਆਪ ਜੀ ਨੂੰ ਹੁਣ ਆਪ ਗੁਰਮਤਿ ਵਿਚਾਰਾਂ, ਗੁਰੂ ਘਰ ਦੀ ਸੋਭਾ, ਉਦਾਸੀਨ ਸੰਪਰਦਾ ਦੀਆਂ ਬਰਕਤਾਂ ਆਪ ਜੀ ਨੂੰ ਸਰਵਣ ਕਰਾਉਣਗੇ।
ਦਾਸ ਭੁੱਲਾਂ ਚੁੱਕਾਂ ਦੀ ਯਾਚਨਾ ਕਰਦਾ ਹੋਇਆ, ਖਿਮਾ ਦੀ ਯਾਚਨਾ ਕਰਦਾ ਹੋਇਆ ਆਪ ਸਾਰੀ ਸੰਗਤ ਨੇ ਅਸੀਸ ਬਖਸ਼ਣੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।